ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣਕੇ। ਜਿੱਥੇ ਗਾਹਕ ਦਾ ਨਿਰਾਦਰ ਹੁੰਦਾ ਹੈ, ਉਹ ਅਦਾਰਾ ਅਤੇ ਵਪਾਰ ਜਲਦੀ ਠੱਪ ਹੋ ਜਾਂਦਾ ਹੈ। ਗੁਣਵਾਨ ਵਸਤ, ਵਾਜਬ ਕੀਮਤ ਅਤੇ ਦੁਕਾਨਦਾਰ ਦਾ ਸਾਊ ਵਿਹਾਰ ਸਫਲ ਵਪਾਰ ਦੇ ਆਧਾਰ ਹੁੰਦੇ ਹਨ। ਵਪਾਰ ਵਿੱਚ ਪਹਿਲਾਂ ਵੇਚਣ ਵਾਲੇ ਦੀ ਮਰਜ਼ੀ ਚੱਲਦੀ ਸੀ, ਹੁਣ ਖਰੀਦਣ ਵਾਲੇ ਦੀ ਚੱਲਦੀ ਹੈ। ਘਰ ਵਿੱਚ ਮੰਜੇ ਦੀ ਥਾਂ ਪਲੰਘ ਲਿਆਉਣ ਵਾਸਤੇ ਸਾਰੇ ਪਰਿਵਾਰ ਦੀ ਮਿਹਨਤ ਦੇ 20 ਸਾਲ ਲੱਗ ਜਾਂਦੇ ਹਨ। ਅਸੀਂ ਵਸਤਾਂ ਹੀ ਨਹੀਂ ਖਰੀਦਦੇ, ਉਹਨਾਂ ਦੇ ਗੁਆਚਣ ਦਾ ਡਰ ਅਤੇ ਖਰਾਬ ਹੋਣ ਦੀ ਪਰੇਸ਼ਾਨੀ ਵੀ ਨਾਲ ਹੀ ਖਰੀਦ ਲਿਆਉਂਦੇ ਹਾਂ। ਜਿਹੜੀ ਚੀਜ਼ ਖਰਾਬ ਹੋ ਸਕਦੀ ਹੈ, ਉਹ ਜ਼ਰੂਰ ਖਰਾਬ ਹੋਵੇਗੀ ਅਤੇ ਲੋੜ ਪੈਣ ਵੇਲੇ ਖਰਾਬ ਹੋਵੇਗੀ। ਆਮਦਨ ਵਧਣ ਨਾਲ ਖਰਚੇ ਵੀ ਨਾਲ ਆਣ ਰਲਦੇ ਹਨ। ਗਾਹਕ ਨੂੰ ਆਉਣ ਦਿਓ, ਮੁਨਾਫਾ ਉਸਦੇ ਪਿੱਛੇ ਪਿੱਛੇ ਆ ਰਿਹਾ ਹੁੰਦਾ ਹੈ। ਉਚੇਰੀ ਵਿੱਦਿਆ ਵਾਲੇ ਬੰਦੇ ਸਿਧਾਂਤਕ ਹੋਣ ਕਾਰਨ ਕਾਰਜਾਂ ਦੀ ਥਾਂ ਵਿਚਾਰਾਂ ਵਿੱਚ ਦਿਲਚਸਪੀ ਲੈਣ ਕਰਕੇ ਅਕਸਰ ਨੌਕਰੀ ਕਰਨ ਜੋਗੇ ਹੀ ਰਹਿ ਜਾਂਦੇ ਹਨ। ਪਹਿਲਾਂ ਕਮਾਉਣ, ਫਿਰ ਖਰਚਣ ਅਤੇ ਕਮਾਏ ਵਿੱਚੋਂ ਕੁਝ ਬਚਾਉਣ ਨਾਲ ਜ਼ਿੰਦਗੀ ਵਿੱਚ ਪੈਸੇ ਦੀ ਕਦੇ ਥੁੜ ਨਹੀਂ ਆਉਂਦੀ। ਕੰਜੂਸੀ ਔਗੁਣ ਹੈ, ਸੰਜਮ ਗੁਣ ਹੈ। ਕੰਜੂਸ ਖਰਚਦਾ ਹੀ ਨਹੀਂ, ਸੰਜਮੀ ਖਰਚਦਾ ਵੀ ਹੈ ਅਤੇ ਬਚਾਉਂਦਾ ਵੀ ਹੈ। ਦੂਜਿਆਂ ਦੇ ਪੈਸੇ ਅਸੀਂ ਲਾਪਰਵਾਹੀ ਨਾਲ ਖਰਚਦੇ ਹਾਂ, ਜਿਸ ਕਾਰਨ ਇਹ ਫਜ਼ੂਲ ਚੀਜ਼ਾਂ ਖਰੀਦਣ ਕਾਰਨ ਜਲਦੀ ਮੁੱਕ ਜਾਂਦੇ ਹਨ। ਪ੍ਰਸੰਨਤਾ ਉਹ ਹਾਲਤ ਨਹੀਂ ਹੁੰਦੀ ਜਿਸ ਵਿੱਚ ਕੋਈ ਸਮੱਸਿਆ ਨਾ ਹੋਵੇ, ਸਗੋਂ ਉਹ ਹਾਲਤ ਹੁੰਦੀ ਹੈ ਜਦੋਂ ਮਿਹਨਤ ਨਾਲ ਸਾਰੀਆਂ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੋਵੇ। ਨਵੇਂ ਗਿਆਨ ਵਿੱਚ ਅਤੇ ਅਜਨਬੀ ਲੋਕਾਂ ਵਿੱਚ ਦਿਲਚਸਪੀ ਲੈਣਾ ਸਾਡੇ ਤੰਦਰੁਸਤ ਹੋਣ ਦੀ ਗਵਾਹੀ ਹੁੰਦਾ ਹੈ। ਜਵਾਨੀ ਵਿੱਚ ਯਥਾਰਥਵਾਦੀ ਅਤੇ ਬੁਢਾਪੇ ਵਿੱਚ ਆਦਰਸ਼ਵਾਦੀ ਹੋਣ ਨਾਲ ਜੀਵਨ ਸਾਰਥਕ ਅਤੇ ਉਮਰ ਲੰਮੀ ਹੋ ਜਾਂਦੀ ਹੈ। ਕੁਦਰਤ ਚੰਗੇ ਬੰਦਿਆਂ ਨੂੰ ਮੁਸੀਬਤਾਂ ਨਾਲ ਪਰਖ ਕੇ ਉਹਨਾਂ ਦਾ ਸਤਿਕਾਰ ਕਰਦੀ ਹੈ। ਸਵੈ ਕਾਬੂ ਵਿੱਚ ਸਾਰੀਆਂ ਖੁਸ਼ੀਆਂ ਦੇ ਖਜ਼ਾਨੇ ਅਤੇ ਸਭ ਪੀੜਾਂ ਦੀ ਦਵਾ ਹੁੰਦੀ ਹੈ। ਜਿਹੜੇ ਸਮੁੱਚੀ ਮਨੁੱਖਤਾ ਲਈ ਸੋਚਦੇ ਹਨ, ਉਹ ਸਾਰੀ ਮਾਨਵ ਜਾਤੀ ਦੀ ਵਿਰਾਸਤ ਬਣ ਜਾਂਦੇ ਹਨ। ਗੈਰ ਜ਼ਿੰਮੇਵਾਰ ਅਤੇ ਬੇਅਸੂਲਾ ਹੋਏ ਬਿਨਾਂ ਭੈੜਾ ਨਹੀਂ ਹੋਇਆ ਜਾ ਸਕਦਾ। ਮੂਲ ਰੂਪ ਵਿੱਚ ਚੀਜ਼ਾਂ ਉੱਤੇ ਕਾਬਜ਼ ਹੋਣ ਦੀ ਬਿਰਤੀ ਹੀ ਮਨੁੱਖ ਦੇ ਦੁੱਖਾਂ ਦਾ ਆਧਾਰ ਹੈ। ਅਨੁਸ਼ਾਸਨ ਦੇ ਅਰਥ ਆਪਣੇ ਆਪ ਨੂੰ ਕਸਣ ਤੋਂ ਨਹੀਂ, ਆਪਣੇ ਆਪ ਨੂੰ ਉਲਾਰ ਹੋਣ ਤੋਂ ਰੋਕਣ ਦੇ ਹਨ। ਵੱਧ ਜਾਇਦਾਦ ਵਾਲਾ ਵਿਅਕਤੀ ਤਿਆਗੀ ਅਤੇ ਉਦਾਰ ਹੋਣ ਦੀ ਥਾਂ ਲੋਭੀ ਅਤੇ ਸਵਾਰਥੀ ਹੋ ਨਿਬੜਦਾ ਹੈ। ਅੱਖ ਰੱਬ ਨੂੰ ਕਿਵੇਂ ਵੇਖ ਸਕਦੀ ਹੈ? ਇਹ ਤਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀ। ਜਿਨ੍ਹਾਂ ਚੀਜ਼ਾਂ ਵਿੱਚੋਂ ਮਨੁੱਖ ਨੂੰ ਤਸੱਲੀ ਅਤੇ ਖੁਸ਼ੀ ਮਿਲਦੀ ਹੈ, ਉਹ ਚੀਜ਼ਾਂ ਨਹੀਂ ਹੁੰਦੀਆਂ, ਰਿਸ਼ਤਿਆਂ ਦਾ ਨਿੱਘ ਹੁੰਦਾ ਹੈ। ਛੋਟੇ ਬੰਦਿਆਂ ਲਈ ਨਿਗੂਣੀਆਂ ਚੀਜ਼ਾਂ ਹੀ ਮਹਾਨ ਹੁੰਦੀਆਂ ਹਨ। ਜੇ ਸਲੀਕਾ ਨਾ ਹੋਵੇ ਤਾਂ ਕਲਾਕਾਰ ਵੀ ਮਜ਼ਦੂਰ ਹੀ ਨਜ਼ਰ ਆਵੇਗਾ। ਪਿਆਰ ਕਾਇਆ ਕਲਪ ਕਰਦਾ ਹੈ। ਪਿਆਰ ਨਾਲ ਪੁਰਸ਼ ਕੋਮਲ ਅਤੇ ਨਿਮਰ ਹੋ ਜਾਂਦਾ ਹੈ ਅਤੇ ਇਸਤਰੀ ਉਦਾਰ ਅਤੇ ਦਲੇਰ ਹੋ ਜਾਂਦੀ ਹੈ। ਜਦੋਂ ਤੱਕ ਅਸੀਂ ਸਾਰਿਆਂ ਦੀ ਸਫਲਤਾ ਦਾ ਵਾਤਾਵਰਨ ਨਹੀਂ ਸਿਰਜਦੇ, ਸਾਡੀ ਆਪਣੀ ਸਫਲਤਾ ਵੀ ਹੰਢਣਸਾਰ ਨਹੀਂ ਹੋਵੇਗੀ। ਨਿੰਦਾ ਕਰਨ ਨੂੰ ਪਸੰਦ ਕੋਈ ਨਹੀਂ ਕਰਦਾ, ਪਰ ਨਿੰਦਾ ਕਰਦੇ ਸਾਰੇ ਹਨ। ਮੂੰਹ ਫਟ ਲੋਕ ਨਾ ਤਾਂ ਲੰਮੀ ਗੱਲਬਾਤ ਕਰ ਸਕਦੇ ਹਨ, ਨਾ ਹੀ ਕੋਈ ਸੁਖਾਵਾਂ ਰਿਸ਼ਤਾ ਉਸਾਰ ਸਕਦੇ ਹਨ। ਕੋਈ ਕਿਤਨਾ ਵੀ ਸਿਆਣਾ ਹੋਵੇ, ਅਨੇਕਾਂ ਉਸਨੂੰ ਮੂਰਖ ਹੀ ਸਮਝਣਗੇ। ਪਠਾਨ, ਰਾਜਪੂਤ ਅਤੇ ਜੱਟ ਆਪਣੀ ਹੈਂਕੜ ਨੂੰ ਅਣਖ ਕਹਿੰਦੇ ਹਨ, ਜਿਸ ਕਾਰਨ ਇਹ ਹਰ ਵੇਲੇ ਮਰਨ ਮਾਰਨ ਲਈ ਤਿਆਰ ਰਹਿੰਦੇ ਹਨ। ਫੁੱਲ ਲਾਉਣ ਵਾਲਿਆਂ ਨਾਲੋਂ ਫੁੱਲ ਤੋੜਨ ਵਾਲਿਆਂ ਦੀ ਗਿਣਤੀ ਹਮੇਸ਼ਾ ਵੱਧ ਹੁੰਦੀ ਹੈ। ਨਿੰਦਾ ਨਾਲ ਨਫ਼ਰਤ ਨਹੀਂ ਉਪਜਦੀ, ਨਫ਼ਰਤ ਵਿੱਚੋਂ ਨਿੰਦਾ ਉਪਜਦੀ ਹੈ। ਹਰੇਕ ਬੇਈਮਾਨ ਆਪਣੇ ਸਾਹਮਣੇ ਇੱਕ ਵੱਡਾ ਬੇਈਮਾਨ ਰੱਖ ਕੇ ਆਪਣੇ ਆਪ ਨੂੰ ਕਹਿੰਦਾ ਹੈ, ਮੈਂ ਇਸ ਜਿਤਨਾ ਬੇਈਮਾਨ ਤਾਂ ਨਹੀਂ। ਨਵੇਂ ਵਿਚਾਰ ਬੁੱਧੀ ਨੂੰ ਤਿੱਖਾ ਕਰਦੇ ਹਨ ਅਤੇ ਤਿੱਖੀ ਬੁੱਧੀ ਨਵੇਂ ਵਿਚਾਰ ਉਪਜਾਉਂਦੀ ਹੈ।
ਧੋਖਾ, ਚਲਾਕੀ, ਝੂਠ ਆਦਿ ਸ਼ਿਕਾਰ ਯੁੱਗ ਦੌਰਾਨ ਮਨੁੱਖ ਦੇ ਜਿਉਂਦੇ ਰਹਿਣ ਦੇ ਪੈਂਤੜੇ ਸਨ, ਜਿਹੜੇ ਹੁਣ ਆਦਤਾਂ ਬਣ ਗਏ ਹਨ। ਜਿਸ ਦੇ ਮਨੋਰਥ ਧੁੰਦਲੇ ਹੋਣ, ਉਸ ਦੀਆਂ ਪ੍ਰਾਪਤੀਆਂ ਚਮਕੀਲੀਆਂ ਨਹੀਂ ਹੋ ਸਕਦੀਆਂ। ਜਿਸ ਨੇ ਦੁੱਖ ਨਹੀਂ ਵੇਖੇ, ਉਸ ਦੀ ਸੂਝ ਤਿੱਖੀ ਅਤੇ ਦ੍ਰਿਸ਼ਟੀ ਵਿਸ਼ਾਲ ਨਹੀਂ ਹੋ ਸਕਦੀ। ਵਿਯੋਗ ਦੇ ਦਰਦ ਤੋਂ ਬਿਨਾਂ ਪਿਆਰ ਆਪਣੀ ਚਰਮ ਸੀਮਾ ਤੇ ਨਹੀਂ ਪੁੱਜ ਸਕਦਾ। ਜਿਵੇਂ ਹੀਰੇ ਮਿਲਣ ਨਾਲ ਹੱਥ ਵਿੱਚੋਂ ਪੱਥਰ ਆਪੇ ਡਿੱਗ ਪੈਂਦੇ ਹਨ, ਉਵੇਂ ਹੀ ਆਤਮਕ ਉਡਾਰੀਆਂ ਨਾਲ ਸਰੀਰਕ ਭੁੱਖਾਂ ਆਪੇ ਵਿਸਰ ਜਾਂਦੀਆਂ ਹਨ। ਲੜਾਈ ਅਤੇ ਲੱਸੀ ਜਿਤਨੀ ਚਾਹੋਂ ਵਧਾਈ ਜਾ ਸਕਦੀ ਹੈ। ਜਿਨ੍ਹਾਂ ਥਾਵਾਂ ਤੇ ਕੰਮਾਂ ਦੀ ਬਹੁਤਾਤ ਹੁੰਦੀ ਹੈ, ਉਹ ਥਾਵਾਂ ਸਾੜੇ, ਈਰਖਾ, ਨਿੰਦਾ, ਚੁਗਲੀ ਆਦਿ ਤੋਂ ਮੁਕਤ ਹੁੰਦੀਆਂ ਹਨ। ਚੰਗੀ ਕਾਰਗੁਜ਼ਾਰੀ ਲਈ ਯਤਨ ਵਿਕਾਸ ਦੀ ਨਿਸ਼ਾਨੀ ਹੁੰਦੇ ਹਨ। ਕੋਈ ਵੀ ਕੰਮ ਅਜਿਹਾ ਨਹੀਂ ਹੁੰਦਾ ਜਿਸ ਦੀ ਪੱਧਰ ਨੂੰ ਹੋਰ ਸੁਧਾਰਿਆ ਨਾ ਜਾ ਸਕੇ। ਕਈਆਂ ਕੋਲ ਤੀਰ ਅਨੇਕਾਂ ਹੁੰਦੇ ਹਨ, ਨਿਸ਼ਾਨਾ ਕੋਈ ਨਹੀਂ ਹੁੰਦਾ। ਜੋ ਕੁਦਰਤ ਕਰਦੀ ਹੈ ਅਤੇ ਜੋ ਵਿਗਿਆਨ ਕਹਿੰਦਾ ਹੈ, ਉਹਨਾਂ ਵਿਚਕਾਰ ਕੋਈ ਵਿਰੋਧ ਨਹੀਂ ਹੁੰਦਾ। ਜੇ ਜਵਾਨੀ ਵਿੱਚ ਖੁਰਾਕ ਦੀ ਘਾਟ ਰਹੀ ਹੋਵੇ, ਤਾਂ ਅਜਿਹੇ ਮਨੁੱਖ ਵਿੱਚ ਸਮਾਜ ਵਿਰੋਧੀ ਰੁਚੀਆਂ ਹੀ ਉਪਜਦੀਆਂ ਹਨ। ਧਰਮ ਮਨੁੱਖ ਦੀਆਂ ਉਦਾਸ ਘੜੀਆਂ ਵਿੱਚ ਧਰਵਾਸ ਬਣਦਾ ਹੈ। ਜੇ ਸਵੈ ਕਾਬੂ ਹੋਵੇ ਤਾਂ ਵਿਕਾਸ ਦਾ ਕੋਈ ਯਤਨ ਵਿਅਰਥ ਨਹੀਂ ਜਾਂਦਾ। ਕੁਰਾਹੇ ਪਏ ਬੰਦੇ ਦੀ ਸੋਚ ਵਾਂਗ ਉਸਦਾ ਸਰੀਰ ਵੀ ਰੋਗੀ ਹੋ ਜਾਂਦਾ ਹੈ। ਜਦੋਂ ਤੱਕ ਕਿਸੇ ਭੈੜੇ ਕੰਮ ਦਾ ਪਛਤਾਵਾ ਸੱਚਾ ਨਾ ਹੋਵੇ, ਸਾਡੇ ਵਿਹਾਰ ਵਿੱਚ ਸੁਖਾਵੀਂ ਤਬਦੀਲੀ ਨਹੀਂ ਵਾਪਰਦੀ। ਜ਼ਿੰਮੇਵਾਰੀ ਸੰਭਾਲਦਿਆਂ ਹੀ ਹਿੰਮਤ, ਸੂਝ ਅਤੇ ਕਲਪਨਾ ਤਿੰਨੇ ਜਾਗ ਪੈਂਦੀਆਂ ਹਨ। ਇੱਕ ਚੰਗਾ ਕੰਮ ਕੀਤਿਆਂ ਆਤਮਾ ਹੋਰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਜੇ ਪਛਤਾਵਾ ਸੱਚਾ ਹੋਵੇ ਤਾਂ ਪਛਤਾਵੇ ਵਿੱਚੋਂ ਵੀ ਹਿੰਮਤ ਉਪਜਦੀ ਹੈ। ਨਾਸਤਿਕਤਾ ਅਕਸਰ ਵਿਰੋਧਤਾ ਅਤੇ ਅਸੰਤੁਸ਼ਟਤਾ ਵਿੱਚੋਂ ਉਪਜਦੀ ਹੈ। ਜਦੋਂ ਅੰਦਰਲੀ ਪ੍ਰੇਰਨਾ ਜਾਗ ਪਵੇ ਤਾਂ ਮਨੁੱਖ ਬਿਨਾਂ ਨਿਗਰਾਨੀ ਦੇ ਕੰਮ ਕਰਨ ਲੱਗ ਪੈਂਦਾ ਹੈ। ਵਿਆਹ ਇਸਤਰੀ ਪੁਰਸ਼ ਲਈ ਇੱਕ ਦੂਜੇ ਦੀ ਤਾਕਤ ਬਣਨ ਦਾ ਦਾਅਵਤਨਾਮਾ ਹੁੰਦਾ ਹੈ। ਉਜੜਨਾ ਅਤੇ ਫਿਰ ਵਸਣਾ, ਗਲਤੀਆਂ ਤੋਂ ਸਬਕ ਸਿੱਖ ਕੇ ਸਹੀ ਰਾਹ ਅਪਣਾਉਣਾ ਮਨੁੱਖ ਨੂੰ ਸਿਆਣਾ, ਦਲੇਰ ਅਤੇ ਤਿੱਖਾ ਬਣਾ ਦਿੰਦਾ ਹੈ। ਕੰਮ ਕਰਨ ਨਾਲ ਸਰੀਰਕ ਸ਼ਕਤੀ ਘਟਦੀ ਨਹੀਂ, ਵੱਧਦੀ ਹੈ। ਜਿੱਥੇ ਕਾਮ ਦਾ ਬੋਲਬਾਲਾ ਹੋਵੇ, ਉੱਥੇ ਇਖਲਾਕੀ ਸੰਜਮ ਦੀ ਵਾਹ ਨਹੀਂ ਚੱਲਦੀ। ਲੱਖਾਂ ਵਾਰ ਸ਼ੀਸ਼ੇ ਅਤੇ ਫੋਟੋ ਵਿੱਚ ਆਪਣੀ ਸ਼ਕਲ ਵੇਖਣ ਦੇ ਬਾਵਜੂਦ ਮਨੁੱਖ ਨਹੀਂ ਜਾਣਦਾ ਕਿ ਉਹ ਅਸਲ ਵਿੱਚ ਕਿਹੋ ਜਿਹਾ ਲੱਗਦਾ ਹੈ। ਹਰ ਕਿਸੇ ਦੀ ਮੁੱਢਲੀ ਦਿਲਚਸਪੀ ਆਪਣੇ ਸਰੀਰ ਵਿੱਚ ਹੀ ਹੁੰਦੀ ਹੈ। ਕੋਈ ਵੀ ਮਨੁੱਖ ਆਪਣੇ ਆਪ ਬਾਰੇ ਨਿਰਪੱਖ ਨਹੀਂ ਹੋ ਸਕਦਾ। ਆਤਮਘਾਤ ਕਰਨ ਦਾ ਯਤਨ ਕਰਦੀਆਂ ਵਧੇਰੇ ਇਸਤਰੀਆਂ ਹਨ, ਪਰ ਆਤਮਘਾਤ ਕਰਨ ਵਿੱਚ ਸਫਲ ਵਧੇਰੇ ਪੁਰਸ਼ ਹੁੰਦੇ ਹਨ। ਹਰ ਚਤੁਰਾਈ ਕੁਝ ਦੇਰ ਦੀ ਝੂਠੀ ਤਸੱਲੀ ਉਪਰੰਤ ਪਛਤਾਵਾ ਬਣ ਜਾਂਦੀ ਹੈ। ਜਦੋਂ ਮਨੁੱਖ ਨੂੰ ਉਸ ਵੱਲੋਂ ਸੰਭਾਲਣ ਦੀ ਯੋਗਤਾ ਨਾਲੋਂ ਵਡੇਰਾ ਅਹੁਦਾ ਜਾਂ ਵਸਤ ਪ੍ਰਾਪਤ ਹੋ ਜਾਵੇ, ਤਾਂ ਇਸ ਨਾਲ ਉਸ ਦੀ ਖੁਸ਼ੀ ਉਤਨੀ ਨਹੀਂ ਵੱਧਦੀ ਜਿਤਨੀ ਪਰੇਸ਼ਾਨੀ ਵੱਧ ਜਾਂਦੀ ਹੈ। ਕਿਸੇ ਵਿਅਕਤੀ ਜਾਂ ਚੀਜ਼ ਦਾ ਸੁਭਾਅ ਨਹੀਂ ਬਦਲਦਾ। ਕੈਂਚੀ ਨੇ ਕੱਟਣਾ ਹੀ ਹੁੰਦਾ ਹੈ, ਸੂਈ ਨੇ ਸਿਉਣਾ ਹੀ ਹੁੰਦਾ ਹੈ। ਮਹਾਨ ਰਚਨਾਵਾਂ ਅਸਫਲਤਾਵਾਂ ਦੇ ਵੇਰਵਿਆਂ ਨਾਲ ਭਰੀਆਂ ਹੋਣ ਦੇ ਬਾਵਜੂਦ ਮਨੁੱਖ ਦੇ ਸਫਲ ਹੋਣ ਦਾ ਭਰੋਸਾ ਉਪਜਾਉਂਦੀਆਂ ਹਨ। ਆਲੋਚਕਾਂ ਦੇ ਕਿਧਰੇ ਬੁੱਤ ਨਹੀਂ ਲੱਗਦੇ, ਬੁੱਤ ਉਹਨਾਂ ਦੇ ਹੀ ਲੱਗਦੇ ਹਨ ਜਿਨ੍ਹਾਂ ਦੀ ਆਲੋਚਨਾ ਹੋਈ ਹੁੰਦੀ ਹੈ। ਸਰਦੀਆਂ ਵਿੱਚ ਇਸਤਰੀਆਂ ਕਹਿੰਦੀਆਂ ਹਨ ਦਿਨ ਛੋਟੇ ਹੋ ਗਏ ਹਨ, ਪਰ ਪੁਰਸ਼ ਕਹਿੰਦੇ ਹਨ ਰਾਤਾਂ ਲੰਮੀਆਂ ਹੋ ਗਈਆਂ ਹਨ। ਹਰ ਯੁੱਗ ਦੇ ਆਪਣੇ ਬਲੀ ਕੰਧਾਰੀ ਅਤੇ ਆਪਣੇ ਹੀ ਕੋਡੇ ਰਾਖਸ਼ ਹੋਏ ਹਨ। ਕਿਸਮਤ ਉਸੇ ਦੀ ਜਾਗੇਗੀ ਜਿਹੜਾ ਆਪ ਵੀ ਜਾਗਦਾ ਹੋਵੇਗਾ। ਜੇ ਇਸਤਰੀ ਵਿੱਚ ਪ੍ਰਸੂਤ ਪੀੜਾ ਭੁੱਲਣ ਦੀ ਯੋਗਤਾ ਨਾ ਹੁੰਦੀ, ਤਾਂ ਕਿਸੇ ਵੀ ਪਰਿਵਾਰ ਵਿੱਚ ਇੱਕ ਤੋਂ ਵਧੇਰੇ ਬੱਚੇ ਨਹੀਂ ਸਨ ਹੋਣੇ। ਪਿਆਰ ਅਤੇ ਉਤਸ਼ਾਹ ਦੇ ਜੋੜ ਮੇਲ ਨੂੰ ਸ਼ਰਧਾ ਆਖਦੇ ਹਨ। ਦ੍ਰਿਸ਼ਟੀ ਹਰ ਕਿਸੇ ਕੋਲ ਹੁੰਦੀ ਹੈ, ਦ੍ਰਿਸ਼ਟੀਕੋਣ ਹਰ ਕਿਸੇ ਕੋਲ ਨਹੀਂ ਹੁੰਦਾ। ਕੁਦਰਤ ਵਿੱਚ ਸ਼ੁਭ ਅਸ਼ੁਭ ਦਾ ਕੋਈ ਵਖਰੇਵਾਂ ਨਹੀਂ ਹੁੰਦਾ।
ਇਸਤਰੀ ਲਈ ਬੇਜੋੜ ਵਿਆਹ ਅਤੇ ਪੁਰਸ਼ ਲਈ ਕੱਚੀ ਨੌਕਰੀ ਇੱਕੋ ਜਿਹੇ ਦੁਖਦਾਈ ਅਨੁਭਵ ਹੁੰਦੇ ਹਨ। ਠੀਕ ਮਾਤਰਾ ਅਤੇ ਸਹੀ ਢੰਗ ਨਾਲ ਭੋਜਨ ਘਰ ਵਿੱਚ ਹੀ ਖਾਧਾ ਜਾਂਦਾ ਹੈ। ਬਾਹਰ ਅਕਸਰ ਕਾਹਲ ਨਾਲ ਖਾਣ ਕਰਕੇ ਵਧੇਰੇ ਖਾ ਲਿਆ ਜਾਂਦਾ ਹੈ। ਅਜੋਕੇ ਸਮਾਜ ਵਿੱਚ ਜਿਨ੍ਹਾਂ ਨੇ ਦੂਜਿਆਂ ਲਈ ਉਦਾਹਰਨ ਬਣਨਾ ਸੀ, ਉਹ ਆਪ ਕੁਰਾਹੇ ਪਏ ਹੋਏ ਹਨ। ਗਲਤ ਢੰਗਾਂ, ਸਾਧਨਾਂ ਅਤੇ ਰਸਤਿਆਂ ਰਾਹੀਂ ਨਿਸ਼ਾਨਾ ਭਾਵੇਂ ਪ੍ਰਾਪਤ ਕਰ ਲਈਏ, ਪਰ ਤਸੱਲੀ ਨਹੀਂ ਮਿਲਦੀ। ਫੌਜ ਦੀ ਸ਼ਕਤੀ ਲੜਾਈ ਲੜਨ ਜਿੱਤਣ ਵਿੱਚ ਨਹੀਂ ਹੁੰਦੀ, ਸਰਹੱਦਾਂ 'ਤੇ ਸ਼ਾਂਤੀ ਬਣਾਈ ਰੱਖਣ ਵਿੱਚ ਹੁੰਦੀ ਹੈ। ਨਾਜਾਇਜ਼ ਸਬੰਧਾਂ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨਹੀਂ ਹੁੰਦੀ, ਇਸੇ ਲਈ ਇਹ ਪ੍ਰਵਾਨ ਨਹੀਂ ਹੁੰਦੇ। ਜਦੋਂ ਦ੍ਰਿਸ਼ਟੀ ਵਪਾਰੀ ਹੋ ਜਾਵੇ ਤਾਂ ਸਭ ਕੁਝ ਵਿਕਾਊ ਹੋ ਜਾਂਦਾ ਹੈ। ਉਦਾਸ ਰਹਿਣੇ ਲੋਕ ਆਪਣੇ ਆਪ ਨੂੰ ਖੁਸ਼ ਰਹਿਣ ਵਾਲਿਆਂ ਨਾਲੋਂ ਵਧੇਰੇ ਸਿਆਣਾ ਸਮਝਦੇ ਹਨ। ਜ਼ਿੰਦਗੀ ਅਤੇ ਰੱਬ ਵਿਚਕਾਰ ਇੱਕ ਅਜਿਹਾ ਇਕਰਾਰ ਹੈ, ਜਿਸ ਵਿੱਚ ਰੱਬ ਜਦੋਂ ਚਾਹੇ ਮੁੱਕਰ ਸਕਦਾ ਹੈ। ਮਨੁੱਖ ਕੋਲ ਸਵਰਗ ਦੀ ਕੋਈ ਸੂਚਨਾ ਨਹੀਂ, ਉਸ ਕੋਲ ਸਾਰੇ ਅਨੁਭਵ ਅਤੇ ਵੇਰਵੇ ਨਰਕ ਬਾਰੇ ਹੀ ਹਨ। ਅਨੇਕਾਂ ਵਿਅਕਤੀ ਆਪਣੀ ਕਬਰ ਜੀਭ ਨਾਲ ਪੁੱਟਦੇ ਹਨ। ਪੰਡਤ, ਭਾਈ, ਮੁੱਲਾ ਸਾਡੇ ਪਰਲੋਕ ਦੀ ਚਿੰਤਾ ਕਰਕੇ ਇਸ ਲੋਕ ਵਿੱਚ ਆਪਣਾ ਜੀਵਨ ਸੁਖਾਲਾ ਬਣਾ ਲੈਂਦੇ ਹਨ। ਵਿਛੋੜੇ ਦੌਰਾਨ ਦੋਵੇਂ ਧਿਰਾਂ ਦੂਜੇ ਨੂੰ ਜਿਉਂਦਾ ਅਤੇ ਆਪਣੇ ਆਪ ਨੂੰ ਅੱਧ-ਮਰਿਆ ਸਮਝਦੀਆਂ ਹਨ। ਪੁੱਤਰਾਂ ਲਈ ਮਾਪੇ ਚਲਾਣਾ ਹੀ ਕਰਦੇ ਹਨ, ਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਪੈ ਜਾਂਦਾ ਹੈ। ਵਿਦਾ ਹੋਣ ਵੇਲੇ ਭੈੜੇ ਮਹਿਮਾਨ ਵੀ ਚੰਗੇ ਲੱਗਣ ਲੱਗ ਪੈਂਦੇ ਹਨ। ਸੰਸਾਰ ਵਿੱਚ ਇੱਕ ਵੀ ਵਿਅਕਤੀ ਅਜਿਹਾ ਨਹੀਂ ਜਿਸ ਨੇ ਸਮੇਂ ਨੂੰ ਅਜਾਈ ਨਾ ਗਵਾਇਆ ਹੋਵੇ। ਕੀਤੀਆਂ ਮੂਰਖਤਾਵਾਂ ਅਤੇ ਨਾ ਕੀਤੀਆਂ ਸਿਆਣਪਾਂ ਜ਼ਿੰਦਗੀ ਦੇ ਵੱਡੇ ਪਛਤਾਵੇ ਬਣ ਜਾਂਦੀਆਂ ਹਨ। ਨਵਾਂ ਜ਼ਮਾਨਾ ਪੁਰਾਣੇ ਬੰਦਿਆਂ ਨੂੰ ਰਾਸ ਨਹੀਂ ਆਉਂਦਾ। ਅਨੇਕਾਂ ਵਾਰ ਇਵੇਂ ਵਾਪਰਦਾ ਹੈ ਕਿ ਬਿਮਾਰ ਪਿਤਾ ਹੁੰਦਾ ਹੈ, ਪਰ ਮਰ ਮਾਂ ਜਾਂਦੀ ਹੈ। ਕਤਲ ਹੋਇਆ ਬੰਦਾ ਆਪਣੇ ਕਾਤਲ ਵਿੱਚ ਜਿਉਂਦਾ ਰਹਿੰਦਾ ਹੈ। ਉਹ ਉਸ ਦਿਨ ਪੂਰਾ ਮਰਦਾ ਹੈ ਜਿਸ ਦਿਨ ਉਹ ਕਾਤਲ ਮਰਦਾ ਹੈ। ਸਿਰ ਉੱਚਾ ਅਤੇ ਮਨ ਨੀਵਾਂ ਕਰਕੇ ਤੁਰਨ ਨਾਲ ਘਬਰਾਹਟ ਮੁੱਕ ਜਾਂਦੀ ਹੈ। ਜੇ ਪਿਆਸ ਮੈਲੀ ਹੈ ਤਾਂ ਸੁੱਚੇ ਪਾਣੀ ਵੀ ਝੂਠੇ ਹੋ ਜਾਣਗੇ। ਪਿਆਰ ਦੀ ਦੁਨੀਆ ਵਿੱਚ ਲਾਉਣੀਆਂ ਮੁਹੱਬਤਾਂ ਅਤੇ ਸੌਣਾ ਗੂੜ੍ਹੀਆਂ ਨੀਂਦਾਂ ਕਦੇ ਵੀ ਸੰਭਵ ਨਹੀਂ ਹੁੰਦਾ। ਮਨੁੱਖੀ ਸੋਚ ਮਨੁੱਖੀ ਅਨੁਭਵ ਦਾ ਸੁਭਾਅ ਨਿਰਧਾਰਤ ਕਰਦੀ ਹੈ। ਸੋਚ ਬਦਲੋ, ਅਨੁਭਵ ਬਦਲ ਜਾਣਗੇ। ਯੋਗਤਾ ਤੋਂ ਬਿਨਾਂ ਦੌਲਤ ਸਾੜਾ ਅਤੇ ਈਰਖਾ ਹੀ ਉਪਜਾਉਂਦੀ ਹੈ। ਤੰਗ ਦ੍ਰਿਸ਼ਟੀ ਵਾਲੇ ਲੋਕ ਇੱਕ ਛੋਟੀ ਮੋਰੀ ਵਿੱਚੋਂ ਵੀ ਦੋਵੇਂ ਅੱਖਾਂ ਨਾਲ ਵੇਖ ਸਕਦੇ ਹਨ। ਪਿਆਰ ਕਰਨਾ ਹੀ ਮੁਸ਼ਕਿਲ ਹੈ, ਨਫ਼ਰਤ ਤਾਂ ਹਰ ਕੋਈ ਕਰ ਹੀ ਰਿਹਾ ਹੈ। ਜੇ ਚੰਗੀ ਰਚਨਾ ਪੜ੍ਹਨ ਵਿੱਚ ਸੌਖੀ ਲੱਗਦੀ ਹੈ ਤਾਂ ਨਿਸ਼ਚੇ ਹੀ ਲੇਖਕ ਨੂੰ ਲਿਖਣ ਦੌਰਾਨ ਔਖੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਹੋਵੇਗਾ। ਗਲਤੀਆਂ ਸਿਆਣੇ ਵੀ ਕਰਦੇ ਹਨ, ਪਰ ਉਹ ਗਲਤੀਆਂ ਦੁਹਰਾਉਂਦੇ ਨਹੀਂ। ਕਿਸੇ ਧਰਮ ਨੂੰ ਬਦਨਾਮ ਕਰਨ ਦਾ ਕਾਰਜ ਉਸ ਧਰਮ ਦੇ ਕੱਟੜ ਸ਼ਰਧਾਲੂ ਹੀ ਕਰਦੇ ਹਨ। ਆਪਣੇ ਕੰਮ ਨੂੰ ਨਿੰਦ ਕੇ ਕੋਈ ਵੀ ਚੰਗਾ ਕਾਮਾ ਨਹੀਂ ਬਣ ਸਕਦਾ। ਪਿਆਰ ਸਦਾ ਦੂਜੇ ਬਾਰੇ ਸੋਚਦਾ ਹੈ ਅਤੇ ਦੂਜੇ ਨੂੰ ਆਪਣੇ ਨਾਲੋਂ ਚੰਗੇਰਾ ਸਮਝ ਕੇ ਸੋਚਦਾ ਹੈ। ਇਸ ਸੋਚ ਵਿੱਚ ਹੀ ਆਨੰਦ ਹੈ। ਬੇਈਮਾਨੀ ਕਦੀ ਵੀ ਕਿਸੇ ਦੀ ਲੋੜ ਨਹੀਂ ਹੁੰਦੀ, ਇਹ ਇੱਕ ਆਦਤ ਹੁੰਦੀ ਹੈ। ਪੁਸਤਕਾਂ ਪੜ੍ਹਨ ਨਾਲ ਜੀਵਨ ਉੱਤੇ ਸਾਡੀ ਪਕੜ ਮਜ਼ਬੂਤ ਹੋ ਜਾਂਦੀ ਹੈ। ਪਰਿਵਾਰ ਸਾਨੂੰ ਜ਼ਿੰਮੇਵਾਰੀਆਂ ਨਿਭਾਉਣ ਦੀ ਮੌਜ ਮਾਣਨ ਦੇ ਅਨੇਕਾਂ ਅਵਸਰ ਦਿੰਦਾ ਹੈ। ਕੋਈ ਵੀ ਹੰਢਣਸਾਰ ਤਬਦੀਲੀ ਲਾਪਰਵਾਹੀ ਨਾਲ ਨਹੀਂ ਲਿਆਂਦੀ ਜਾ ਸਕਦੀ। ਗੁਣ ਭਾਵੇਂ ਦੁਸ਼ਮਣ ਦੇ ਵੀ ਹੋਣ ਅਪਣਾ ਲਓ, ਔਗੁਣ ਭਾਵੇਂ ਆਪਣੇ ਮੁਰਸ਼ਦ ਦੇ ਵੀ ਹੋਣ ਤਿਆਗ ਦਿਓ। ਭ੍ਰਿਸ਼ਟ ਵਸੀਲਿਆਂ ਨਾਲ ਆਰਾਮ ਦੇ ਸਾਧਨ ਤਾਂ ਜੁੜ ਜਾਂਦੇ ਹਨ, ਪਰ ਸੁੱਖ ਚੰਗੇ ਸਾਧਨਾਂ ਨਾਲ ਹੀ ਸੰਭਵ ਹੁੰਦੇ ਹਨ।
ਪਿਆਰ ਵਿੱਚ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਸਵਾਲ ਹੀ ਉਹ ਪੁੱਛਦੇ ਹਨ ਜਿਨ੍ਹਾਂ ਦੇ ਜਵਾਬ ਹਾਂ ਵਿੱਚ ਹੋਣ। ਜਿਨ੍ਹਾਂ ਦੀ ਬਿਰਤੀ ਵਿੱਚ ਤਿਆਗ ਹੋਵੇ ਉਹਨਾਂ ਨੂੰ ਕੁਝ ਗੁਆਚਣ ਦਾ ਡਰ ਨਹੀਂ ਹੁੰਦਾ। ਦੁੱਖ ਆਪੇ ਆ ਜਾਂਦੇ ਹਨ, ਸੁੱਖ ਉਡੀਕਣੇ ਪੈਂਦੇ ਹਨ। ਜਿਹੜਾ ਵੀ ਦੂਜਿਆਂ ਨੂੰ ਨੀਚ, ਕਮੀਣਾ, ਭੈੜਾ ਕਹੇ, ਸਮਝੋ ਉਹ ਆਪਣੇ ਆਪ ਬਾਰੇ ਹੀ ਦੱਸ ਰਿਹਾ ਹੈ। ਹਰੇਕ ਕੰਮ ਕਰਨ ਦੇ 3 ਢੰਗ ਹੁੰਦੇ ਹਨ, ਤੁਹਾਡਾ ਢੰਗ, ਮੇਰਾ ਢੰਗ, ਸਹੀ ਢੰਗ। ਪਿੰਡਾਂ ਵਿੱਚ ਨਫ਼ਰਤ ਅਤੇ ਸ਼ਹਿਰਾਂ ਵਿੱਚ ਈਰਖਾ ਪ੍ਰਧਾਨ ਹੁੰਦੀ ਹੈ। ਕਈ ਪਰਿਵਾਰਾਂ ਵਿੱਚ ਪੁੱਤਰ ਤਾਂ ਕਈ ਹੁੰਦੇ ਹਨ, ਪਰ ਵਾਰਿਸ ਬਣਨ ਦੀ ਯੋਗਤਾ ਕਿਸੇ ਵਿੱਚ ਨਹੀਂ ਹੁੰਦੀ। ਕੇਵਲ ਮਨੁੱਖ ਨੂੰ ਆਪਣੇ ਸੋਹਣੇ ਹੋਣ ਦਾ ਭਰਮ ਅਤੇ ਆਪਣੇ ਕੋਝੇ ਹੋਣ ਦਾ ਤੌਖਲਾ ਹੁੰਦਾ ਹੈ। ਕਿਸੇ ਦੇ ਨੇੜੇ ਹੋਣ ਵਾਸਤੇ ਵੱਡੇ ਤੋਹਫਿਆਂ ਦੀ ਨਹੀਂ, ਨਿੱਕੀਆਂ ਨਿੱਕੀਆਂ ਸਿਫਤਾਂ ਦੀ ਲੋੜ ਪੈਂਦੀ ਹੈ। ਕੇਵਲ 20% ਕੱਪੜੇ ਪਹਿਨੇ ਜਾਂਦੇ ਹਨ, ਬਾਕੀ ਸਾਂਭੇ ਹੀ ਜਾਂਦੇ ਹਨ। ਬਿਨਾਂ ਵਿਉਂਤ ਦੇ ਖਰੀਦੀਆਂ ਚੀਜ਼ਾਂ ਹੋਰ ਚੀਜ਼ਾਂ ਨਾਲ ਇੱਕ ਸੁਰ ਨਹੀਂ ਹੁੰਦੀਆਂ। ਅਸੀਂ ਆਪਣੇ ਪਹਿਰਾਵੇ ਰਾਹੀਂ ਦੂਜਿਆਂ ਨੂੰ ਦੱਸਦੇ ਹਾਂ ਕਿ ਸਾਡੇ ਨਾਲ ਕਿਸ ਪ੍ਰਕਾਰ ਦਾ ਵਿਹਾਰ ਕੀਤਾ ਜਾਵੇ। ਜਿਹੜੇ ਕੱਪੜੇ ਸਾਨੂੰ ਤੰਗ ਹੁੰਦੇ ਹਨ ਉਹ ਬੜੇ ਹੰਢਣਸਾਰ ਹੁੰਦੇ ਹਨ। ਕੇਵਲ ਜ਼ਰੂਰੀ ਚਿੱਠੀਆਂ ਹੀ ਲੇਟ ਹੁੰਦੀਆਂ ਹਨ। ਜਿਹੜਾ ਕੱਪੜਾ ਸਾਨੂੰ ਪਸੰਦ ਹੁੰਦਾ ਹੈ ਦਰਜੀ ਉਸੇ ਦੀ ਸਿਲਾਈ ਵਿੱਚ ਨੁਕਸ ਪਾ ਦਿੰਦਾ ਹੈ। ਕਿਸੇ ਦੇ ਕੱਪੜਿਆਂ ਵੱਲ ਉਸਦੇ ਚੁੱਪ ਰਹਿਣ ਤੱਕ ਹੀ ਧਿਆਨ ਜਾਂਦਾ ਹੈ, ਬੋਲਣ ਨਾਲ ਧਿਆਨ ਉਸਦੀ ਅਕਲ ਤੇ ਟਿਕ ਜਾਂਦਾ ਹੈ। ਸਾਡੀ ਸਵੇਰ ਦੱਸਦੀ ਹੈ ਕਿ ਸਾਡਾ ਦਿਨ ਕਿਹੋ ਜਿਹਾ ਹੋਵੇਗਾ। ਬਲੀਦਾਨ ਨਾਲ ਸੂਲੀ ਜਿਹੀ ਕੋਝੀ ਚੀਜ਼ ਵੀ ਪਵਿੱਤਰ ਹੋ ਜਾਂਦੀ ਹੈ। ਸਮੁੰਦਰ ਦੀ ਹਰ ਲਹਿਰ ਵਿੱਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਮਨੁੱਖ ਤੋਂ ਇਲਾਵਾ ਸਮੁੱਚੇ ਜੀਵ ਜੰਤੂ ਜਗਤ ਵਿੱਚ ਮਾਪਿਆਂ ਤੋਂ ਇੱਕ ਵਾਰੀ ਵਿਛੜੀ ਸੰਤਾਨ ਕਦੀ ਵਾਪਸ ਨਹੀਂ ਪਰਤਦੀ। ਚੰਗੇ ਕੰਮ ਦੀ ਪਛਾਣ ਇਹ ਹੁੰਦੀ ਹੈ ਕਿ ਇਸ ਨੂੰ ਕਰਦਾ ਤਾਂ ਇੱਕ ਹੈ, ਪਰ ਇਸ ਨੂੰ ਕਰਨ ਦੇ ਦਾਅਵੇਦਾਰ ਕਈ ਪੈਦਾ ਹੋ ਜਾਂਦੇ ਹਨ। ਗਿਆਨਵਾਨ ਅਸੀਂ ਸਾਰੇ ਹਾਂ, ਅੰਤਰ ਗਿਆਨ ਦਾ ਨਹੀਂ, ਗਿਆਨ ਨਾਲ ਕੀਤੇ ਕਾਰਜਾਂ ਦਾ ਹੁੰਦਾ ਹੈ। ਜਦੋਂ ਅਸੀਂ ਦੂਜਿਆਂ ਨੂੰ ਕੁਝ ਸਿਖਾਉਂਦੇ ਹਾਂ ਤਾਂ ਅਸੀਂ ਆਪ ਉਸ ਕੰਮ ਦੇ ਮਾਹਿਰ ਬਣ ਜਾਂਦੇ ਹਾਂ। ਗਿਆਨ ਉਹ ਧਨ ਹੈ ਜਿਹੜਾ ਚੁੱਕਣਾ ਨਹੀਂ ਪੈਂਦਾ। ਸਮਾਜ ਉਹਨਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਸਮਾਜ ਤੋਂ ਲਿਆ ਕੁਝ ਨਹੀਂ ਹੁੰਦਾ, ਪਰ ਦਿੱਤਾ ਸਭ ਕੁਝ ਹੁੰਦਾ ਹੈ। ਕੋਈ ਵੀ ਕੰਮ ਅਜਿਹਾ ਨਹੀਂ ਜਿਸ ਦਾ ਸਮਾਜ ਨੂੰ ਲਾਭ ਹੁੰਦਾ ਹੋਵੇ ਅਤੇ ਕਰਨ ਵਾਲੇ ਨੂੰ ਨੁਕਸਾਨ ਹੁੰਦਾ ਹੋਵੇ। ਜੇ ਸਕੇ ਭਰਾਵਾਂ ਦੇ ਮੁਕਾਬਲੇ ਚਾਚੇ ਤਾਏ ਦੇ ਪੁੱਤਰ ਰਲ ਕੇ ਚੱਲਣ ਤਾਂ ਉਹਨਾਂ ਨੂੰ ਹੋਰ ਵੀ ਵੱਡੀ ਤਾਕਤ ਸਮਝਿਆ ਜਾਂਦਾ ਹੈ। ਬੌਧਿਕ ਯੋਗਤਾ ਜਾਂ ਸਰੀਰਕ ਸ਼ਕਤੀ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੀ, ਅਰਥ ਇਹਨਾਂ ਦੀ ਵਰਤੋਂ ਵਿੱਚ ਹੁੰਦੇ ਹਨ। ਸੰਸਾਰ ਵਿੱਚ ਇੱਕ ਵੀ ਮਹਾਂਪੁਰਸ਼ ਅਜਿਹਾ ਨਹੀਂ ਹੋਇਆ ਜਿਸ ਦਾ ਅਪਮਾਨ ਨਾ ਹੋਇਆ ਹੋਵੇ। ਸਧਾਰਨ ਵਿੱਚੋਂ ਵਿਸ਼ੇਸ਼ ਨੂੰ ਵੇਖਣ ਦੀ ਯੋਗਤਾ ਕਲਾ ਅਖਵਾਉਂਦੀ ਹੈ। ਥੱਕਿਆ ਹੋਇਆ ਬੰਦਾ ਕੁਝ ਨਵਾਂ ਨਹੀਂ ਸੋਚ ਸਕਦਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।